दोस्तों मेरी आज ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਸ਼ਹਿਰ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਹੋਈ ਹਿੰਸਕ ਝੜਪਾਂ ਦੀ। ਐਤਵਾਰ ਦੇ ਦਿਨ ਯਾਨੀ ਕਿ ਨਵੰਬਰ 5 ਨੂੰ ਜਿਹੜਾ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਯੂਬਾ ਸਿਟੀ ਸਾਲਾਨਾ ਨਗਰ ਕੀਰਤਨ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਆਯੋਜਿਤ ਕੀਤਾ ਜਾਂਦਾ ਹੈ। ਠੀਕ 5 ਸਾਲ ਪਹਿਲਾਂ ਵੀ ਯੂਬਾ ਸਿਟੀ ਦੇ ਹੀ ਨਗਰ ਕੀਰਤਨ ਮੌਕੇ ਇੱਕ ਅਜਿਹੀ ਗੈਂਗ ਵਾਰ ਇੱਕ ਗੈਂਗ ਕਨਫਲਿਕਟ ਸ਼ੁਰੂ ਹੋਈ ਜਿਸ ਦਾ ਕੋਈ ਜ਼ਿਆਦਾ ਵੱਡਾ ਮੂੰਹ ਸਿਰ ਪੈਰ ਨਹੀਂ ਸੀ। ਲੇਕਿਨ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਯੂਬਾ ਸਿਟੀ ਇਹਨਾਂ ਦੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਇਹ ਕੁਝ ਅਜਿਹੇ ਨੌਜਵਾਨ, ਮੈਂ ਤਾਂ ਇਹਨਾਂ ਨੂੰ ਸਿਰਫਿਰੇ ਫੁਕਰੇ ਨੌਜਵਾਨ ਕਹਾਂਗਾ, ਜੋ ਕਿ ਬਿਨਾਂ ਮੂੰਹ ਸਿਰ ਪੈਰ ਦੀਆਂ ਲੜਾਈਆਂ ਦੇ ਵਿੱਚ ਇਨਵੋਲਵ ਹੋ ਕੇ ਸਿੱਖ ਧਾਰਮਿਕ ਸਮਾਗਮ ਨਗਰ ਕੀਰਤਨ ਵਰਗੇ ਪਵਿੱਤਰ ਮੌਕਿਆਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਹਿੰਸਕ ਝੜਪਾਂ ਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਕਮਿਊਨਿਟੀ ਦਾ ਨਾਂ ਖਰਾਬ ਕਰਦੇ ਨੇ। ਪੂਰੇ ਅਮਰੀਕਾ ਸਟਰ ਯੂਬਾ ਸਿਟੀ ਕਾਉਂਟੀ ਕੈਲੀਫੋਰਨੀਆ ਦੇ ਇਨਵੈਸਟੀਗੇਟਰ ਪੁਲਿਸ ਲਈ ਸਿਰਦਰਦ ਬਣ ਚੁੱਕੇ ਨੇ। ਇਹ ਪੰਜਾਬੀ ਮੂਲ ਦੇ ਉਹ ਵਿਅਕਤੀ, ਉਹ ਨੌਜਵਾਨ ਜੋ ਕਿ ਆਪਣੀਆਂ ਵਿਅਕਤੀਗਤ ਰੰਜਿਸ਼ਾਂ ਕਹਿ ਲਈਏ ਜਾਂ ਇਹਨਾਂ ਦੇ ਕੁਝ ਪਰਿਵਾਰਿਕ ਝਗੜੇ ਨੇ, ਜੋ ਕਿ ਬੀਤੇ 5 ਸਾਲਾਂ ਤੋਂ ਇਸ ਤਰੀਕੇ ਦੀਆਂ ਝੜਪਾਂ ਦੇਖਣ ਲਈ ਕਮਿਊਨਿਟੀ ਨੂੰ ਮਜਬੂਰ ਕਰਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਤੇ ਖਾਸ ਕਰਕੇ ਕੈਲੀਫੋਰਨੀਆ ਅਮਰੀਕਾ ਦੇ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕਦਾ ਜਦੋਂ ਧਾਰਮਿਕ ਸਮਾਗਮਾਂ ਦੇ ਦੌਰਾਨ ਫਾਇਰਿੰਗ ਹੁੰਦੀ ਹੈ। ਤੇ ਇਹ ਟ੍ਰੈਂਡ ਜਿਹੜਾ ਹੈ ਯੂਬਾ ਸਿਟੀ ਦੇ ਨਾਲ ਨਹੀਂ ਜੁੜਦਾ ਹੈ। ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਬੀਤੇ ਸਾਲ ਤੇ ਇਸ ਸਾਲ ਕੁਝ ਮਹੀਨੇ ਪਹਿਲਾਂ ਜਿਹੜੀਆਂ ਘਟਨਾਵਾਂ ਆਪਾਂ ਸੈਕਰਾਮੈਂਟੋ ਤੇ ਉਸ ਤੋਂ ਪਹਿਲਾਂ ਸਟਾਕਟਨ ਦੇ ਗੁਰੂ ਘਰਾਂ ਦੇ ਵਿੱਚ ਵੇਖੀਆਂ। ਧਾਰਮਿਕ ਸਮਾਗਮਾਂ ਦੇ ਮੌਕੇ ਗੋਲੀਆਂ ਚੱਲਦੀਆਂ ਨੇ, ਨੌਜਵਾਨਾਂ ਨੂੰ ਗੁਰਦੁਆਰਿਆਂ ਦੇ ਬਾਹਰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਉਹੀ ਸਰਫਿਰੇ ਗੈਂਗ ਜਿਹੜੇ ਇੱਕ ਦੋ ਹੈਗੇ ਨੇ ਕੈਲੀਫੋਰਨੀਆ ਦੇ, ਮੈਂ ਤਾਂ ਉਹਨਾਂ ਨੂੰ ਬਦਦਿਮਾਗ ਨੌਜਵਾਨ ਕਹਾਂਗਾ, ਕਿਉਂਕਿ ਇਹਨਾਂ ਲੜਾਈਆਂ ਨੂੰ ਧਾਰਮਿਕ ਸਮਾਗਮਾਂ ਤੱਕ ਖਿੱਚ ਕੇ ਲਿਜਾਂਦੇ ਨੇ, ਜਿੱਥੇ ਨਾ ਸਿਰਫ ਪਬਲਿਕ ਸੇਫਟੀ ਨੂੰ ਐਡਾ ਵੱਡਾ ਖਤਰਾ ਪੈਦਾ ਹੁੰਦਾ ਹੈ, ਲੋਕਾਂ ਦੇ ਵਿੱਚ ਭੈ ਦਾ ਮਾਹੌਲ ਪੈਦਾ ਹੁੰਦਾ ਹੈ। ਇਹਨਾਂ ਦੀਆਂ ਵਿਅਕਤੀਗਤ ਕਿਣਾਂ, ਇਹਨਾਂ ਦੀਆਂ ਰੰਜਿਸ਼ਾਂ, ਇਹਨਾਂ ਦੇ ਪਰਿਵਾਰਿਕ ਜਿਹੜੇ ਝਗੜੇ ਨੇ ਉਹ ਕਮਿਊਨਿਟੀ ਦਾ ਵੀ ਸਿਰ ਝੁਕਾਉਂਦੇ ਨੇ। ਸੋ ਅੱਜ ਆਪਾਂ ਵੇਰਵੇ ਸਹਿਤ ਗੱਲਬਾਤ ਕਰਾਂਗੇ ਕੈਲੀਫੋਰਨੀਆ ਰਾਜ ਦੇ ਵੱਖ-ਵੱਖ ਸ਼ਹਿਰਾਂ ਸੈਕਰਾਮੈਂਟੋ, ਸਟਾਕਟਨ, ਯੂਬਾ ਸਿਟੀ, ਇਹਨਾਂ ਸ਼ਹਿਰਾਂ ਦੇ ਗੁਰੂ ਘਰਾਂ ਤੇ ਸਮਾਗਮਾਂ, ਧਾਰਮਿਕ ਸਮਾਗਮਾਂ ਤੱਕ ਇਹ ਹਿੰਸਕ ਝੜਪਾਂ ਕਿਉਂ ਪਹੁੰਚ ਰਹੀਆਂ ਨੇ। ਆਪਣੀ ਲੜਾਈਆਂ ਝਗੜਿਆਂ ਨੂੰ ਇਹ ਧਾਰਮਿਕ ਸਮਾਗਮਾਂ ਤੋਂ ਦੂਰ ਕਿਉਂ ਨਹੀਂ ਰੱਖ ਪਾ ਰਹੇ ਤੇ ਇਹ ਬਦਦਿਮਾਗ ਜਿਹੜੇ ਕ੍ਰਿਮੀਨਲਸ ਹੈਗੇ ਨੇ, ਕ੍ਰਿਮੀਨਲ ਪ੍ਰਵਿਰਤੀ ਦੇ ਪੰਜਾਬੀ ਮੂਲ ਦੇ ਨੌਜਵਾਨ, ਇਹ ਦਰਅਸਲ ਹੈ ਕੌਣ। ਕੁਛ ਅੱਧੇ ਇੱਧਰੋਂ ਪੰਜਾਬ ਤੋਂ ਜਾ ਕੇ ਵੀ ਇਹਨਾਂ ਦੇ ਨਾਲ ਰਲ ਗਏ ਨੇ, ਲੇਕਿਨ ਮੁੱਢਲੇ ਤੌਰ ਤੇ ਇਹ ਲੋਕ ਜਿਹੜੇ ਵੀ ਨੌਜਵਾਨ ਇਹਨਾਂ ਝੜਪਾਂ ਦੇ ਵਿੱਚ ਦੋ ਕ੍ਰਿਮੀਨਲ ਗੈਂਗਸ ਆਪਸ ਦੇ ਵਿੱਚ ਕ੍ਰਿਮੀਨਲ ਸਿੰਡੀਕੇਟ ਦਾ ਨਾਂ ਦਿਆ ਸੀ ਸਟਰ ਕਾਉਂਟੀ ਵੱਲੋਂ ਅੱਜ ਤੋਂ ਤਕਰੀਬਨ 8-9 ਮਹੀਨੇ ਪਹਿਲਾਂ। ਉਹ ਖੁਲਾਸਾ ਜਿਸ ਵਿੱਚ ਤਕਰੀਬਨ 1.5 ਦਰਜਨ ਨੌਜਵਾਨਾਂ ਨੂੰ ਗ੍ਰਿਫਤਾਰ ਕਰੇ ਜਾਣ ਦੀ, ਇਸ ਕ੍ਰਿਮੀਨਲ ਸਿੰਡੀਕੇਟ ਅਲੱਗ-ਅਲੱਗ ਕ੍ਰਿਮੀਨਲ ਗੈਂਗਸ ਦੇ ਨਾਲ ਜੁੜੇ ਹੋਏ 1.5 ਦਰਜਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਫੜੇ ਜਾਣ ਦਾ ਖੁਲਾਸਾ। ਇੱਕ ਬੜਾ ਵੱਡਾ ਆਪਰੇਸ਼ਨ ਬ੍ਰੋਕਨ ਸੋਰਡ। AK-47 ਅਤੇ ਮਿੰਟਾ ਗੈਂਗ ਦੀ ਜਿਹੜੀ ਆਪਸੀ ਦੁਸ਼ਮਣੀ ਹੈ ਉਹ ਹਿੰਸਕ ਤੇ ਖੂਨੀ ਝੜਪਾਂ ਦੇ ਵਿੱਚ ਤਬਦੀਲ ਹੁੰਦੀ ਜਾ ਰਹੀ ਸੀ। ਬੀਤੀਆਂ ਕੁਝ ਘਟਨਾਵਾਂ ਜਿਸ ਦਾ ਮੈਂ ਜ਼ਿਕਰ ਕਰਾਂਗਾ ਉਸ ਚੀਜ਼ ਦੀ ਗਵਾਹੀ ਭਰਦੀਆਂ ਨੇ। ਇਹੀ ਕਾਰਨ ਸੀ ਕਿ ਸਟਰ ਕਾਉਂਟੀ ਨੇ ਇੱਕ ਬੜਾ ਵੱਡਾ ਆਪਰੇਸ਼ਨ ਚਲਾਇਆ। ਹਾਲਾਂਕਿ ਕਿਹਾ ਤਾਂ ਜਾਂਦਾ ਕਿ ਕਈ ਮਹੀਨੇ ਤੇ ਕਈ ਸਾਲ ਦੀ ਸਰਵੇਲਾਂਸ ਤੋਂ ਬਾਅਦ ਇਹ 1.5 ਦਰਜਨ ਜਿਹੜੇ ਇਹਨਾਂ ਦੇ ਕ੍ਰਿਮੀਨਲ ਗੁੰਡੇ ਕਹਿ ਲਈਏ ਇਹ ਗ੍ਰਿਫਤਾਰ ਕੀਤੇ ਗਏ, ਇਹਨਾਂ ਨੂੰ ਚਾਰਜ ਕੀਤਾ ਗਿਆ। ਬਾਅਦ ਦੇ ਵਿੱਚ ਬੌਂਡ ਭਰ ਕੇ ਲੋਕ ਬਾਹਰ ਆ ਗਏ। ਲੇਕਿਨ ਇਸ ਵਾਰ ਯੂਬਾ ਸਿਟੀ ਦੇ ਨਗਰ ਕੀਰਤਨ ਤੋਂ ਪਹਿਲਾਂ ਪੁਲਿਸ ਨੇ ਇਸ ਇਲਾਕੇ ਦੀ ਯੂਬਾ ਸਿਟੀ ਦੇ ਸ਼ੈਰਿਫ ਡਿਪਾਰਟਮੈਂਟ ਵੱਲੋਂ ਇਸ ਤਰੀਕੇ ਦੇ ਪੂਰੇ ਪ੍ਰਬੰਧ ਕੀਤੇ ਗਏ ਸੀ ਕਿ ਕੋਈ ਵੀ ਅਜਿਹੀ ਅਣਸੁਖਾਵੀ ਘਟਨਾ ਨਾ ਹੋਵੇ। ਸੋ ਪੁਲਿਸ ਨੇ ਇਸ ਲਈ ਪ੍ਰਬੰਧ ਕੀਤੇ ਸੀ। AK-47 ਅਤੇ ਮਿੰਟਾ ਗੈਂਗ ਦੀ ਇਸ ਕਲੈਸ਼ ਨੂੰ ਤਾਂ ਅਵੋਇਡ ਕਰ ਲਿਆ ਗਿਆ, ਲੇਕਿਨ ਇਸ ਦੇ ਬਾਵਜੂਦ ਵੀ ਝੜਪ ਹੋਈ ਜਿੱਥੇ ਕਿ ਦੋ ਗੁੱਟ ਡੰਡਿਆਂ ਦੇ ਨਾਲ, ਕਿਰਪਾਨਾਂ ਦੇ ਨਾਲ, ਕੁਰਸੀਆਂ ਇੱਕ ਦੂਸਰੇ ਵੱਲ ਸਿੱਟਦੇ ਹੋਏ ਨਜ਼ਰ ਆਏ। ਇਹ ਜਿਹੜੀ ਹਿੰਸਕ ਤਸਵੀਰਾਂ ਸੀ ਨਗਰ ਕੀਰਤਨ ਦੇ ਮੌਕੇ ਮਾਹੌਲ ਨੂੰ ਖਰਾਬ ਕਰ ਦੇਣ ਵਾਲਾ ਜਿਹੜਾ ਵਤੀਰਾ ਸੀ, ਇਹ ਨਿੰਦਣਯੋਗ ਹੈ। ਜਿੰਨੀ ਨਿੰਦਾ ਕੀਤੀ ਜਾ ਘੱਟ ਹੈ। ਹਾਲਾਂਕਿ ਇਸ ਵਕਤ ਤੱਕ ਇਹ ਕਲੀਅਰ ਨਹੀਂ ਹੋਇਆ ਹੈ ਕਿ ਇਹ ਲੋਕ ਕੌਣ ਸਨ, ਕਿਉਂ ਇਹ ਝਗੜਦੇ ਪਏ ਸਨ, ਲੇਕਿਨ ਅਪੈਰੈਂਟਲੀ ਉਹੀ ਪੁਰਾਣੀ ਜਿਹੜੀ ਦੁਸ਼ਮਣੀ ਤੇ ਰੰਜਿਸ਼ ਤੁਰੀ ਆ ਰਹੀ ਹੈ, ਉਹੀ ਬੀਫ ਜਿਹੜਾ ਆਪਸ ਦੇ ਵਿੱਚ ਤੁਰਦਾ ਆ ਰਿਹਾ ਹੈ, ਉਸ ਦੀ ਇੱਕ ਐਕਸਟੈਂਸ਼ਨ ਦੇ ਰੂਪ ਵਿੱਚ ਵੀ ਇਸ ਕਲੈਸ਼ ਨੂੰ ਵੇਖਿਆ ਜਾ ਰਿਹਾ ਹੈ, ਜੋ ਕਿ ਵਿਅਕਤੀਗਤ ਇੱਕ ਪਰਿਵਾਰ ਦਾ ਆਪਸੀ ਝਗੜਾ ਹੈ। ਸੋ ਇੱਥੇ ਥੋੜਾ ਜਿਹਾ ਤੁਹਾਨੂੰ ਬੈਕਗਰਾਉਂਡ ਤੇ ਲੈ ਕੇ ਮੈਂ ਜਾਣਾ ਚਾਹਾਂਗਾ, ਕਿਉਂਕਿ ਆਪਾਂ ਵੇਰਵੇ ਸਹਿਤ ਗੱਲ ਕਰਾਂਗੇ 2018 ਤੋਂ ਲੜਾਈ ਸ਼ੁਰੂ ਕਿੱਥੋਂ ਹੁੰਦੀ ਹੈ। 2018 ਦੇ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਹੋਈ ਹਿੰਸਕ ਝੜਪ ਨੂੰ ਸ਼ੁਰੂਆਤ ਮੰਨਿਆ ਜਾਂਦਾ ਹੈ। ਇੱਕ ਲੜੀ ਸ਼ੁਰੂ ਹੋ ਗਈ ਹਿੰਸਕ ਵਾਰਦਾਤਾਂ ਦੀ। ਇਹ ਪਹਿਲਾ ਮੌਕਾ ਤੇ ਪਹਿਲਾ ਅਜਿਹਾ ਝਗੜਾ ਦੱਸਿਆ ਜਾਂਦਾ ਹੈ ਜਦੋਂ ਇੱਕ ਵਿਅਕਤੀ ਨੂੰ ਚੇਸ ਕੀਤਾ ਗਿਆ, ਕਿਰਪਾਨਾਂ ਲੈ ਕੇ ਦੋ ਵਿਅਕਤੀ ਉਹਦੇ ਮਗਰ ਪੈ ਜਾਂਦੇ ਨੇ। ਇੱਕ ਪਰਮਵੀਰ ਸਿੰਘ ਗੋਸਲ ਨਾਲ ਦਾ ਵਿਅਕਤੀ ਦੱਸਿਆ ਜਾਂਦਾ ਤੇ ਇੱਕ ਸ਼ਾਇਦ ਮਨਪ੍ਰੀਤ ਸਿੰਘ ਸੀ। ਇਹਨਾਂ ਵੱਲੋਂ ਇੱਕ ਵਿਅਕਤੀ ਉੱਤੇ ਹਮਲਾ ਕੀਤਾ ਜਾਂਦਾ ਹੈ, ਉਹਦੇ ਚਿਹਰੇ ਉਤੇ ਸਿਰ ਉੱਤੇ ਸੱਟਾਂ ਮਾਰੀਆਂ ਜਾਂਦੀਆਂ ਨੇ, ਤਲਵਾਰਾਂ ਨਾਲ ਹਮਲੇ ਕੀਤੇ ਜਾਂਦੇ ਨੇ।
ਜਿਸ ਦੌਰਾਨ ਦੱਸਿਆ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਕਿਰਪਾਨ ਹੈ ਉਹ ਟੁੱਟ ਵੀ ਗਈ। 23 ਜਿਹੜੇ ਟਾਂਕੇ ਉਸ ਵਿਅਕਤੀ ਦੇ ਆਏ। ਬੀਤੇ ਮਹੀਨੇ ਯਾਨੀ ਕਿ ਅਕਤੂਬਰ 10 ਨੂੰ ਹੀ ਪਰਮਵੀਰ ਸਿੰਘ ਗੋਸਲ ਨੇ 2018 ਦੇ ਯੂਬਾ ਸਿਟੀ ਨਗਰ ਕੀਰਤਨ ਦੌਰਾਨ ਕੀਤੇ ਗਏ ਹਮਲੇ, ਜਿਸ ਵਿੱਚ 23 ਟਾਂਕੇ ਉਸ ਵਿਅਕਤੀ ਨੂੰ ਲੱਗੇ ਜੋ ਕਿ ਪੀੜਤ ਸੀ, ਵਿਕਟਮ ਸੀ, ਉਸ ਕੇਸ ਵਿੱਚ ਖੁਦ ਨੂੰ ਗਿਲਟੀ ਪਲੀਡ ਕੀਤਾ ਹੈ, ਯਾਨੀ ਕਿ ਖੁਦ ਨੂੰ ਦੋਸ਼ੀ ਮੰਨਿਆ ਅਦਾਲਤ ਦੇ ਸਾਹਮਣੇ। ਇਹ ਪਿਛਲੇ ਮਹੀਨੇ ਦੀ ਮੈਂ ਘਟਨਾ ਦੱਸ ਰਿਹਾ। ਸੋ 5 ਸਾਲ ਤੱਕ ਇਹ ਮਾਮਲੇ ਦੀ ਇਨਵੈਸਟੀਗੇਸ਼ਨ ਚੱਲੀ। ਝੜਪ ਦਰਅਸਲ ਉੱਥੋਂ ਸ਼ੁਰੂ ਹੁੰਦੀ ਹੈ। ਹੁਣ ਇੱਕ ਨੌਜਵਾਨਾਂ ਦਾ ਗੁੱਟ ਹੈ ਜੋ ਕਿ 47 ਦੇ ਨਾਂ ਨਾਲੋਂ ਜਾਣਿਆ ਜਾਂਦਾ ਸੀ। AK-47 ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਅਸੌਲਟ ਰਾਈਫਲ ਹੈ, ਲੇਕਿਨ ਆਪਣੀ ਗੱਡੀਆਂ ਦੇ ਪਿੱਛੇ ਉਹਨਾਂ ਦੇ ਨੰਬਰ ਪਲੇਟਾਂ ਦੇ ਉੱਤੇ 47 ਜਾਂ AK-47 ਲਿਖਵਾਉਣਾ ਤੇ ਆਪਣੇ ਗਰੁੱਪ ਦੀ ਪਛਾਣ ਨੂੰ 47 ਵਜੋਂ ਦਰਸਾਉਣਾ, ਇਹ ਨੌਜਵਾਨਾਂ ਦੀ ਫਿਤਰਤ ਸੀ। ਗੁੰਡਾਗਰਦੀ ਤੇ ਛੋਟੀ-ਮੋਟੀ ਜਿਹੜੀਆਂ ਅਪਰਾਧਿਕ ਵਾਰਦਾਤਾਂ ਦੇ ਵਿੱਚ ਇਨਵੋਲਵ ਰਹੇ। ਕੋਈ ਲੰਬਾ ਚੌੜਾ ਇਹਨਾਂ ਦੇ ਕੋਈ ਕ੍ਰਿਮੀਨਲ ਨੈਕਸਸ ਵੀ ਨਹੀਂ ਚੱਲਦੇ, ਕੋਈ ਐਡੇ ਵੱਡੇ ਸਿੰਡੀਕੇਟ ਵੀ ਨਹੀਂ ਚੱਲਦੇ, ਹੋ ਸਕਦੇ। ਲੇਕਿਨ ਇਹ ਮੰਨਿਆ ਗਿਆ ਕਿ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਦੇਖ ਕੇ, ਆਪਣੇ ਵਿਰੋਧੀਆਂ ਨੂੰ ਦੇਖ ਕੇ ਹੀ ਇਹ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ। ਪਹਿਲਾਂ ਤਲਵਾਰਾਂ ਤੇ ਕਿਰਪਾਨਾਂ ਦੇ ਨਾਲ ਇੱਕ ਦੂਸਰੇ ਉੱਤੇ ਹਮਲਾ ਕਰਿਆ ਕਰਦੇ ਸੀ, ਜਿਸ ਤਹਿਤ 2018 ਦੇ ਯੂਬਾ ਸਿਟੀ ਨਗਰ ਕੀਰਤਨ ਦੌਰਾਨ ਪਹਿਲਾ ਉਹ ਹਮਲਾ ਹੋਇਆ। ਲੇਕਿਨ ਉਸ ਤੋਂ ਬਾਅਦ ਜਿਵੇਂ-ਜਿਵੇਂ ਅਗਲੇ ਸਾਲ ਵੱਧਦੇ ਗਏ, ਕਿਰਪਾਨਾਂ ਤੇ ਤਲਵਾਰਾਂ ਦੀ ਥਾਂ ਇਹਨਾਂ ਦੇ ਹੱਥ ਵਿੱਚ ਆਟੋਮੈਟਿਕ ਤੇ ਸੈਮੀ ਆਟੋਮੈਟਿਕ ਵੈਪਨ ਆਉਂਦੇ ਗਏ। ਹੁਣ ਮੰਨਿਆ ਜਾਂਦਾ ਕਿ 2018 ਤੇ ਇਸ ਤੋਂ ਪਹਿਲਾਂ ਇੱਕ ਹੀ ਗਰੁੱਪ ਹੋਇਆ ਕਰਦਾ ਸੀ, AK-47, ਸਹਿਜਪ੍ਰੀਤ ਤੇ ਮਿੰਟਾ ਨਾਂ ਦੇ ਵਿਅਕਤੀ ਤੇ ਇਹਨਾਂ ਦੇ ਨਾਲ ਹੋਰ तमाम ਸਾਥੀ ਜੋ ਕਿ ਪੰਜਾਬੀ ਮੂਲ ਦੇ ਲੇਕਿਨ ਅਮਰੀਕਾ ਦੇ ਜ਼ਿਆਦਾ ਜੰਮਪਲ ਸਨ। ਉੱਥੇ ਹੀ ਇਹ ਲੋਕ ਪਲੇ ਬੜੇ, ਆਪਣੀ ਐਜੂਕੇਸ਼ਨ ਵਿੱਦਿਆ ਇਹਨਾਂ ਨੇ ਉੱਥੇ ਹਾਸਲ ਕੀਤੀ। ਇਹ ਲੋਕ ਇੱਕ ਹੀ ਗਰੁੱਪ ਦੇ ਵਿੱਚ ਤੁਰਿਆ ਫਿਰਿਆ ਕਰਦੇ ਸਨ। ਲੇਕਿਨ ਇਸ ਤੋਂ ਬਾਅਦ ਇੱਕ ਅਜਿਹੀ ਸਥਿਤੀ ਬਣੀ ਜਿਸ ਤੋਂ ਬਾਅਦ ਕਿ ਆਪਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਲੈਸ਼ ਸ਼ੁਰੂ ਹੋ ਗਿਆ। ਇਸੇ ਕਰਕੇ ਗਰੁੱਪ ਦੁਫਾੜ ਹੁੰਦਾ ਹੈ। ਮਿੰਟਾ ਗਰੁੱਪ ਅਲੱਗ ਹੋ ਜਾਂਦਾ ਹੈ ਤੇ AK-47 ਗਰੁੱਪ ਅਲੱਗ ਹੋ ਜਾਂਦਾ ਹੈ। AK-47 ਗਰੁੱਪ ਦੇ ਵਿੱਚ ਸਹਿਜਪ੍ਰੀਤ ਦੇ ਨਾਲ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਨਾਂ ਦੇ ਦੋ ਨੋਟਿਡ ਕ੍ਰਿਮੀਨਲ ਜੋ ਕਿ ਪੰਜਾਬ ਦੇ ਬਟਾਲਾ, ਗੁਰਦਾਸਪੁਰ ਇਲਾਕੇ ਤੋਂ ਆਪਰੇਟ ਕਰਦੇ ਰਹੇ। ਜੱਗੂ ਭਗਵਾਨਪੁਰੀਏ, ਲਾਰੈਂਸ ਬਿਸ਼ਨੋਈ ਹੋਣਾ ਦੇ ਨਾਲ ਇਹਨਾਂ ਦਾ ਤਾਲੁਕ ਰਿਹਾ। ਪਵਿੱਤਰ ਅਤੇ ਹੁਸਨਦੀਪ ਇੱਥੋਂ ਗਏ, ਜਾਇਜ਼ ਨਜਾਇਜ਼ ਜਿਸ ਤਰੀਕੇ ਦੇ ਵੀ ਇਹਨਾਂ ਕੋਲ ਦਸਤਾਵੇਜ਼ ਹੋਣਗੇ, ਇਹ ਲੋਕ ਜਾ ਕੇ AK-47 ਗਰੁੱਪ ਜੁਆਇਨ ਕਰ ਲੈਂਦੇ ਨੇ ਤੇ ਦੂਸਰੇ ਪਾਸੇ ਮਿੰਟੇ ਵੱਲੋਂ ਇੱਕ ਆਪਣਾ ਗਰੁੱਪ ਖੜਾ ਕਰ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਇੱਕ ਦੂਸਰੇ ਗਰੁੱਪ ਦੇ ਮੈਂਬਰਾਂ ਨੂੰ ਕਿਸੇ ਵੀ ਪਬਲਿਕ ਥਾਂ ਦੇ ਉੱਤੇ ਦੇਖਣ ਤੋਂ ਬਾਅਦ ਇਹ ਉਸਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ, ਉਹਨਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਨੇ। ਇਸੇ ਲੜੀ ਦੇ ਵਿੱਚ ਕਈ ਵੱਡੀਆਂ ਘਟਨਾਵਾਂ ਹੋਈਆਂ, ਕਈ ਵੱਡੀਆਂ ਵਾਰਦਾਤਾਂ ਹੋਈਆਂ। ਸੋ ਉਹ ਝੜਪਾਂ, ਹਿੰਸਕ ਝੜਪਾਂ ਜੋ ਕਿ ਪਹਿਲਾਂ ਕਿਰਪਾਨਾਂ ਤੇ ਹੋਰ ਹਥਿਆਰਾਂ ਦੇ ਨਾਲ ਲੜੀਆਂ ਜਾਂਦੀਆਂ ਸਨ, ਉਹਨਾਂ ਝੜਪਾਂ ਦੇ ਵਿੱਚ ਫਾਇਰ ਆਰਮਸ ਇੰਟਰੋਡਿਊਸ ਹੋ ਗਏ। ਮਿੰਟਾ ਤੇ ਸਹਿਜਪ੍ਰੀਤ ਦੀ ਜਿਹੜੀ ਦੁਸ਼ਮਣੀ ਸੀ ਉਹ ਇਸ ਲੈਵਲ ਤੱਕ ਪਿਛਲੇ ਕੁਝ ਸਾਲਾਂ ਦੌਰਾਨ ਪਹੁੰਚੀ ਕਿ ਦੱਸਿਆ ਇਹ ਜਾਂਦਾ ਹੈ ਕਿ ਜੇ ਸਹਿਜਪ੍ਰੀਤ ਦੇ ਘਰ ਦੇ ਬਾਹਰ 250 ਗੋਲੀ ਚੱਲੀ ਹੈ, 250 ਫਾਇਰ ਕੀਤਾ ਗਿਆ ਹੈ, ਤਾਂ ਮਿੰਟੇ ਦੇ ਘਰ ਦੇ ਬਾਹਰ 300 ਗੋਲੀਆਂ ਚਲਾਈਆਂ ਗਈਆਂ। ਇਹ ਵੀ ਇੱਕ ਬੜੀ ਹੀ ਟਿਪੀਕਲ ਜੀ ਗੱਲਬਾਤ ਸੀ ਕਿ ਇਹਨਾਂ ਦੋਵਾਂ ਗੈਂਗ ਜਾਂ ਗਰੁੱਪ ਦੇ ਮੈਂਬਰ ਜਦੋਂ ਵੀ ਆਪਸ ਦੇ ਵਿੱਚ ਭਿੜੇ, ਫਾਇਰ ਆਰਮਸ ਦੀ ਵਰਤੋਂ, ਐਕਸਟੈਂਸਿਵ ਗਨ ਫਾਇਰ ਜਿਹੜਾ ਐਕਸਚੇਂਜ ਹੋਇਆ, ਇੱਕ ਦੂਸਰੇ ਦੇ ਖਿਲਾਫ ਸੈਂਕੜਾ ਰਾਉਂਡ ਗੋਲੀਆਂ ਚੱਲੀਆਂ। ਲੇਕਿਨ ਇੱਕ ਦੂਸਰੇ ਦੀ ਸ਼ਿਕਾਇਤ ਲੋਕ ਨਹੀਂ ਕਰਦੇ ਸੀ, ਅਗਲੇ ਮੌਕੇ ਦੀ ਉਡੀਕ ਵਿੱਚ ਰਹਿੰਦੇ ਸੀ ਕਿ ਕਦੋਂ ਅਗਲਾ ਮੌਕਾ ਆਏ, ਇੱਕ ਦੂਸਰੇ ਦੇ ਗਰੁੱਪ ਮੈਂਬਰਾਂ ਨੂੰ ਟਾਰਗੇਟ ਕੀਤਾ ਜਾਏ। ਇਸੇ ਲੜੀ ਦੇ ਵਿੱਚ ਤਕਰੀਬਨ 1.5 ਦਰਜਨ ਵੱਡੀਆਂ ਛੋਟੀਆਂ ਘਟਨਾਵਾਂ ਹੋਈਆਂ। ਬਹੁਤ ਸੀਆਂ ਘਟਨਾਵਾਂ ਰਿਪੋਰਟ ਨਹੀਂ ਹੋਈਆਂ, ਲੇਕਿਨ ਕੁਝ ਅਜਿਹੀਆਂ ਘਟਨਾਵਾਂ ਰਹੀਆਂ ਜੋ ਕਿ ਧਾਰਮਿਕ ਸਮਾਗਮਾਂ ਦੌਰਾਨ ਹੋਈਆਂ। ਲੇਕਿਨ ਦੋ ਵੱਡੀਆਂ ਘਟਨਾਵਾਂ ਬੀਤੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਸਟਾਕਟਨ ਦੇ ਗੁਰਦੁਆਰੇ, ਜਿੱਥੇ ਕਿ ਇੱਕ ਸਪੋਰਟਸ ਟੂਰਨਾਮੈਂਟ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋ ਰਿਹਾ ਸੀ, ਅਚਾਨਕ ਸੰਗਤ ਗੁਰਦੁਆਰੇ ਦੇ ਅੰਦਰ ਸੀ ਤੇ ਗੁਰਦੁਆਰੇ ਦੇ ਬਾਹਰ ਇਹੀ ਗੁੱਟ ਆਪਸ ਦੇ ਵਿੱਚ ਭਿੜ ਜਾਂਦੇ ਨੇ। ਇੱਕ ਪਾਸੇ ਪਵਿੱਤਰ ਹੁੰਦਾ, ਦੂਸਰੇ ਪਾਸੇ ਮਿੰਟਾ ਹੁੰਦਾ। ਦੱਸਿਆ ਜਾਂਦਾ ਕਿ ਪਵਿੱਤਰ ਦਾ ਕੋਈ ਸਾਥੀ ਜੋ ਕਿ ਮਿੰਟੇ ਦੇ ਨਾਲ ਭਿੜ ਗਿਆ ਸੀ, ਆਪਸ ਦੇ ਵਿੱਚ ਇਹਨਾਂ ਨੇ ਟਾਈਮ ਬੰਨ ਲਿਆ, ਗੁਰਦੁਆਰੇ ਦੇ ਬਾਹਰ ਮਿਲੇ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਹ ਤਸਵੀਰਾਂ, ਵੀਡੀਓ ਕਲਿੱਪਸ ਵੀ ਹੈ ਜਿੱਥੇ ਕਿ ਅੰਦਰ ਸੰਗਤਾਂ ਦੇ ਵਿੱਚ ਇੱਕ ਖੌਫ, ਇੱਕ ਸਹਿਮ ਦਾ ਮਾਹੌਲ ਪੈਦਾ ਹੋਇਆ। ਬਾਹਰ ਇਹ ਲੋਕ ਇੱਕ ਦੂਸਰੇ ਨੂੰ ਗੋਲੀਆਂ ਮਾਰ ਰਹੇ ਸਨ। ਦੱਸਿਆ ਜਾਂਦਾ ਕਿ ਇਸ ਵਾਰਦਾਤ ਦੇ ਵਿੱਚ ਮਿੰਟੇ ਨੂੰ ਗੋਲੀ ਲੱਗਦੀ ਹੈ ਤੇ ਪਵਿੱਤਰ ਦੇ ਵੀ ਸ਼ਾਇਦ ਲੱਤ ਦੇ ਵਿੱਚ ਇੱਕ ਗੋਲੀ ਲੱਗੀ। ਸੋ ਇਸ ਤਰੀਕੇ ਦੀਆਂ ਘਟਨਾਵਾਂ, ਬਾਅਦ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ, ਫੇਰ ਛੱਡਤਾ ਗਿਆ। ਹੁਣ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਗੋਲੀਬਾਰੀ, ਜਿਸ ਵਿੱਚ ਕਿ ਆਪਸ ਦੇ ਦੋਹੇ ਗੈਂਗ ਮੈਂਬਰ ਫੱਟੜ ਹੋਏ, ਉਸ ਤੋਂ ਕੁਝ ਮਹੀਨੇ ਬਾਅਦ ਸੈਕਰਾਮੈਂਟੋ ਦੇ ਬ੍ਰੈਡਸ਼ਾ ਦੇ ਗੁਰਦੁਆਰਾ ਸਾਹਿਬ, ਜਿੱਥੇ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ, ਉਹ ਹੋਰ ਵੀ ਜ਼ਿਆਦਾ ਗੰਭੀਰ ਸੀ ਤੇ ਹੋਰ ਵੀ ਜ਼ਿਆਦਾ ਖੂਨੀ ਹੋ ਸਕਦੀ ਸੀ ਜੇ ਸਟਰ ਤੇ ਕੈਲੀਫੋਰਨੀਆ ਦੀ ਸਟੇਟ ਪੁਲਿਸ ਦੀਆਂ ਅਥਾਰਟੀਜ਼ ਵੱਲੋਂ ਉਹਨਾਂ ਦਾ ਜਿਹੜਾ ਇੱਕ ਟਾਸਕ ਫੋਰਸ ਹੈ, ਨਾਰਕੋਟਿਕਸ ਐਂਡ ਗੈਂਗਸਟਰ ਟਾਸਕ ਫੋਰਸ, ਉਹਨਾਂ ਵੱਲੋਂ ਕਾਰਵਾਈ ਨਾ ਕੀਤੀ ਗਈ ਹੁੰਦੀ। ਕਿਉਂਕਿ ਲਗਾਤਾਰ ਘਟਨਾਵਾਂ ਹੋ ਰਹੀਆਂ ਸਨ। 2018 ਤੋਂ ਸਿਲਸਿਲਾ ਸ਼ੁਰੂ ਹੋਇਆ, 2021 2022 ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਹੋ ਗਈਆਂ। ਇਸ ਚੀਜ਼ ਦਾ ਇਲਮ ਹੋ ਚੁੱਕਾ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਨੇ, ਕਾਉਂਟੀ ਪੁਲਿਸ ਨੇ, ਅਲੱਗ-ਅਲੱਗ ਸ਼ਹਿਰਾਂ ਦੀ ਪੁਲਿਸ ਨੇ ਇਹਨਾਂ ਕ੍ਰਿਮੀਨਲਸ ਦੇ, ਇਹਨਾਂ ਗੈਂਗਸਟਰਾਂ ਦੀ ਗਤੀਵਿਧੀਆਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰਤੀ ਸੀ।
ਇਹ ਜਿਹੜੀ ਘਟਨਾ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਮਾਰਚ 2023 ਦੌਰਾਨ ਹੁੰਦੀ ਹੈ। ਇੱਕ ਬਹੁਤ ਹੀ ਵੱਡੀ ਤੇ ਗੰਭੀਰ ਘਟਨਾ ਹੋ ਸਕਦੀ ਸੀ। ਖੂਨ ਖਰਾਬਾ ਜ਼ਿਆਦਾ ਹੋ ਸਕਦਾ ਸੀ। ਹਥਿਆਰ ਲੈ ਕੇ ਨਗਰ ਕੀਰਤਨ ਮੌਕੇ ਇੱਕ ਦੂਸਰੇ ਦੇ ਨਾਲ ਆਪਣੀ ਦੁਸ਼ਮਣੀਆਂ ਕੱਢਣ ਲਈ AK-47 ਤੇ ਮਿੰਟਾ ਗੈਂਗ ਦੇ ਮੈਂਬਰ ਪਹੁੰਚੇ। ਇਹ ਦੱਸਿਆ ਜਾਂਦਾ ਹੈ ਕਿ ਮਸ਼ੀਨ ਗਨਾਂ ਲੈ ਕੇ ਗੱਡੀਆਂ ਦੇ ਵਿੱਚ ਇਹਨਾਂ ਦੇ ਗਨਸ ਪਏ ਸੀ, ਵੈਪਨ ਪਏ ਸੀ। ਪੁਲਿਸ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਅੰਦਾਜ਼ਾ ਸੀ। ਇਹੀ ਕਾਰਨ ਸੀ ਕਿ ਸਮੇਂ ਰਹਿੰਦਿਆਂ ਹੀ ਪੁਲਿਸ ਦੀ ਅਲੱਗ-ਅਲੱਗ ਟੀਮਾਂ ਜੋ ਕਿ ਉੱਥੇ ਤੈਨਾਤ ਸਨ, ਉਹਨਾਂ ਨੇ ਧਰ ਦਬੋਚੇ, ਗੱਡੀਆਂ ਵੀ ਫੜੀਆਂ ਗਈਆਂ, ਹਥਿਆਰ ਵੀ ਫੜੇ ਗਏ। ਲੇਕਿਨ ਇਸ ਦੇ ਬਾਵਜੂਦ ਗੋਲੀ ਚੱਲ ਗਈ। 3 ਲੋਕਾਂ ਨੂੰ ਦੱਸਿਆ ਜਾਂਦਾ ਕਿ ਗੋਲੀ ਲੱਗੀ ਤੇ ਫੌਜੀ ਨਾਂ ਦਾ ਇੱਕ ਵਿਅਕਤੀ ਜੋ ਕਿ ਉਸ ਗੋਲੀਬਾਰੀ ਦੇ ਵਿੱਚ ਜ਼ਿਆਦਾ ਗੰਭੀਰ ਰੂਪ ਵਿੱਚ ਘਾਇਲ ਹੋਇਆ ਸੀ। ਉਸ ਵਕਤ ਸ਼ਾਇਦ ਉਹ ਪੈਰਾਲਿਟਿਕ ਸੀ, ਪੈਰਾਲਿਸਿਸ ਉਸ ਨੂੰ ਹੋ ਗਿਆ ਸੀ, ਲੇਕਿਨ ਹੁਣ ਤੋਂ ਕੁਝ ਮਹੀਨੇ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ। ਸੋ ਇਹ ਜਿਹੜੀ ਸੈਕਰਾਮੈਂਟੋ ਦੇ ਗੁਰਦੁਆਰੇ ਦੀ ਘਟਨਾ ਦੱਸੀ ਜਾਂਦੀ ਹੈ, ਇਸ ਵਿੱਚ ਇੱਕ ਫੈਟਲਿਟੀ ਸੀ। ਇਸ ਤੋਂ ਪਹਿਲਾਂ ਦੀਆਂ ਕਈ ਘਟਨਾਵਾਂ ਹੋਈਆਂ, ਇੱਕ ਦੂਸਰੇ ਨੂੰ ਫੱਟੜ ਕੀਤਾ, ਸੱਟਾਂ ਮਾਰੀਆਂ, ਗੋਲੀਆਂ ਚੱਲੀਆਂ, ਕਿਸੇ ਦੇ ਪੱਟ 'ਚ ਲੱਗੀ। ਮਿੰਟਾ ਜਿਹੜਾ ਹੈਗਾ ਮੇਨ ਇੱਕ ਗੈਂਗ ਨੂੰ ਚਲਾਉਣ ਵਾਲਾ ਵਿਅਕਤੀ, ਇਹ ਦੱਸਿਆ ਜਾਂਦਾ ਕਿ 3 ਤੋਂ 4 ਵਾਰ ਇਸ ਨੂੰ ਗੋਲੀਆਂ ਲੱਗ ਚੁੱਕੀਆਂ ਨੇ। ਇਸ ਦੀ ਕਿਡਨੀ ਤੱਕ ਦੇ ਵਿੱਚ ਗੋਲੀਆਂ ਲੱਗ ਚੁੱਕੀਆਂ ਨੇ, ਲੇਕਿਨ ਫਿਰ ਵੀ ਲੋਕ ਹਟਦੇ ਨਹੀਂ। ਇੱਕ ਬਹੁਤ ਹੀ ਤਸੱਲੀ ਦੀ ਗੱਲ ਹੈ ਕਿ ਸੈਕਰਾਮੈਂਟੋ ਵਿਖੇ ਹੋਣ ਵਾਲਾ ਇੱਕ ਬਹੁਤ ਵੱਡਾ ਬਲੱਡਸ਼ੈਡ ਰੋਕ ਲਿਆ ਗਿਆ। ਇਸ ਤੋਂ ਬਾਅਦ ਸਟਰ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਕੈਲੀਫੋਰਨੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਜਿਹੜੇ ਪੁਲਿਸ ਮਹਿਕਮੇ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਭਾਰਤ ਤੇ ਸਾਡੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਹ ਗੋਲਡੀ ਬਰਾੜ ਦੇ ਨਾਲ ਹੀ ਇਹਨਾਂ ਗੈਂਗਸਟਰਾਂ ਨੂੰ ਜੋੜ ਕੇ ਦੇਖਦਾ ਰਿਹਾ, ਜਦੋਂ ਕਿ ਗੋਲਡੀ ਬਰਾੜ ਤੇ ਉਸਦੇ ਹੋਰ ਨਾਲ ਦੇ ਸਾਥੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਵਿੱਤਰ ਸਿੰਘ ਅਤੇ ਹੁਸਨਦੀਪ ਜੋ ਕਿ ਭਾਰਤ ਦੇ ਵਿੱਚ ਕ੍ਰਿਮੀਨਲ ਨੇ, ਜੱਗੂ ਤੇ ਲਾਰੈਂਸ ਦੀ ਲੀਗ ਦੇ ਨਾਲ ਜੁੜੇ ਹੋਏ ਨੇ, ਉਹ ਲੋਕ ਇਸ ਵਕਤ AK-47 ਤੇ ਸਹਿਜਪ੍ਰੀਤ ਦੇ ਨਾਲ ਚੱਲਦੇ ਪਏ ਨੇ। ਇਹ ਇੱਕ ਫੈਕਟ ਹੈ। ਜਿਹੜੇ ਵੀ ਜਰਨਲਿਸਟ ਵੱਲੋਂ ਰਿਪੋਰਟਾਂ ਬਣਾਈਆਂ ਗਈਆਂ ਉਹ ਕਾਫੀ ਇਲ ਇਨਫਾਰਮਡ ਰਿਪੋਰਟ ਸੀ। ਹਾਲਾਂਕਿ ਉਸ ਵਕਤ ਤੱਕ ਇੱਕ ਬਹੁਤ ਵੱਡਾ ਖੁਲਾਸਾ, ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਅੱਧੇ ਘੰਟੇ ਦੀ, ਜਿਸ ਵਿੱਚ ਇੱਕ ਵੇਰਵਾ ਦਿੱਤਾ ਗਿਆ। ਦੱਸਿਆ ਗਿਆ ਕਿ 1.5 ਦਰਜਨ ਇਨਫੈਕਟ 17 ਅਰੈਸਟ ਉਸ ਵਕਤ ਤੱਕ ਹੋਏ ਸੀ। 5 ਲੋਕਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਸੀ। ਪ੍ਰੋਪਰ ਡਾਇਗਰਾਮ ਬਣਾ ਕੇ, ਚਾਰਟਸ ਬਣਾ ਕੇ ਅਲੱਗ-ਅਲੱਗ ਗੈਂਗਸ ਤੇ ਅਲੱਗ-ਅਲੱਗ ਘਟਨਾਵਾਂ ਨੂੰ ਸਟਰ ਕਾਉਂਟੀ ਤੇ ਉਸਦੇ ਨਾਲ ਜੁੜੇ ਹੋਏ ਜਿਹੜੇ ਹੋਰ ਐਲਾਈਡ ਸ਼ਹਿਰ ਹੈਗੇ ਨੇ, ਉਹਨਾਂ ਦੀ ਪੁਲਿਸ ਡਿਪਾਰਟਮੈਂਟਸ ਹੈਗੇ ਨੇ, ਉਹਨਾਂ ਨੇ ਦੱਸਿਆ ਵੀ ਕਿਵੇਂ-ਕਿਵੇਂ ਜਿਹੜੇ ਕ੍ਰਿਮੀਨਲ ਕਿਹੜੀ-ਕਿਹੜੀਆਂ ਵਾਰਦਾਤਾਂ ਵਿੱਚ ਇਨਵੋਲਵ ਰਹੇ ਨੇ, ਕਿੰਨੀ ਦੇਰ ਤੋਂ ਇਹਨਾਂ ਉੱਤੇ ਨਜ਼ਰ ਸੀ। 41 ਵੈਪਨ ਦੱਸਿਆ ਜਾਂਦਾ ਕਿ ਤਮਾਮ ਉਹ ਜਿਹੜਾ ਆਪਰੇਸ਼ਨ ਚੱਲਿਆ ਉਸ ਨੂੰ ਨਾ ਹੀ ਆਪਰੇਸ਼ਨ ਬ੍ਰੋਕਨ ਸੋਰਡ ਦਿੱਤਾ ਗਿਆ। ਬ੍ਰੋਕਨ ਸੋਰਡ ਦਾ ਜਿਹੜਾ ਅਰਥ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਵੀ ਦੱਸਿਆ ਸੀ। 2018 ਦੀ ਉਹ ਲੜਾਈ ਜਿਸ ਦੌਰਾਨ ਆਪਸੀ ਝਗੜੇ ਦੌਰਾਨ ਕਿਰਪਾਨਾਂ ਟੁੱਟ ਗਈਆਂ ਸਨ। ਸੋ ਟੁੱਟੀਆਂ ਹੋਈਆਂ ਕਿਰਪਾਨਾਂ ਤੋਂ ਹੀ ਸਟਰ ਕਾਉਂਟੀ ਤੇ ਕੈਲੀਫੋਰਨੀਆ ਦੀਆਂ ਐਨਫੋਰਸਮੈਂਟ ਏਜੰਸੀਜ਼ ਨੇ ਇਸ ਆਪਰੇਸ਼ਨ ਨੂੰ ਬ੍ਰੋਕਨ ਸੋਰਡ ਦਿੱਤਾ। ਹੁਣ ਆਪਰੇਸ਼ਨ ਬ੍ਰੋਕਨ ਸੋਰਡ ਜਿਹੜਾ ਹੈ ਉਸ ਨੂੰ ਆਪਾਂ ਕਾਮਯਾਬ ਆਪਰੇਸ਼ਨ ਕਹਿ ਸਕਦੇ ਹਾਂ, ਕਿਉਂਕਿ ਆਪਰੇਸ਼ਨ ਬ੍ਰੋਕਨ ਸੋਰਡ ਦੇ ਚੱਲਦਿਆਂ ਹੀ ਇਸ ਵਾਰ ਯੂਬਾ ਸਿਟੀ ਦੇ ਇਸ ਨਗਰ ਕੀਰਤਨ ਉੱਤੇ ਨਾ ਸਿਰਫ ਪੈਣੀ ਨਜ਼ਰ ਸੀ ਅਥਾਰਟੀਜ਼ ਦੀ, ਬਲਕਿ ਸਿਕਿਉਰਿਟੀ ਵੀ ਬੜੀ ਟਾਈਟ ਕੀਤੀ ਗਈ ਸੀ। ਲੇਕਿਨ ਉਹ ਇੱਕ ਵੱਖਰੀ ਸਥਿਤੀ ਸੀ ਕਿ ਜੇ ਨਗਰ ਕੀਰਤਨ ਦੇ ਵਿੱਚ ਆਈਆਂ 2 ਧਿਰਾਂ ਇੱਕ ਦੂਸਰੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦੇਣ, ਇਸ ਚੀਜ਼ ਦੀ ਪਰਵਾਹ ਕੀਤੇ ਬਗੈਰ ਕਿ ਇੱਕ ਧਾਰਮਿਕ ਸਮਾਗਮ ਦੀ ਕੀ ਮਰਿਆਦਾ ਹੁੰਦੀ ਹੈ, ਉੱਥੇ ਆਪਣੇ ਆਪ ਨੂੰ ਕਿਵੇਂ ਕੰਡਕਟ ਕਰਨਾ ਹੈ। ਮੈਨੂੰ ਬਹੁਤ ਹੀ ਹੈਰਾਨੀ ਤੇ ਬਹੁਤ ਹੀ ਅਫਸੋਸ ਹੁੰਦਾ ਹੈ ਇਸ ਤਰੀਕੇ ਦੇ ਲੋਕਾਂ ਨੂੰ ਪੰਜਾਬੀ ਕਹਿੰਦਿਆਂ ਹੋਇਆ ਵੀ, ਜੋ ਕਿ ਧਾਰਮਿਕ ਸਮਾਗਮਾਂ ਦੀ ਇੱਜ਼ਤ ਕਦਰ ਨਹੀਂ ਕਰ ਸਕਦੇ। ਸੋ ਜਿਹੜੀਆਂ ਵੀ ਧਿਰਾਂ ਇਨਵੋਲਵਡ ਹੈਗੀਆਂ ਨੇ, ਹਾਲਾਂਕਿ AK-47 ਤੇ ਮਿੰਟਾ ਗੈਂਗ ਦੇ ਮੈਂਬਰਾਂ ਨੂੰ ਦੂਰ ਰੱਖਿਆ ਗਿਆ। ਪਹਿਲਾਂ ਬਹੁਤ ਸੇ ਐਗਜ਼ਾਮਪਲ ਸੀ, ਸੈਕਰਾਮੈਂਟੋ, ਸਟਾਕਟਨ ਦੀਆਂ ਘਟਨਾਵਾਂ, 2018 ਦੀ ਯੂਬਾ ਸਿਟੀ ਦੀ ਘਟਨਾ। ਖਦਸ਼ਾ ਸੀ, ਏਜੰਸੀਆਂ ਨੇ ਇਸ ਵਕਤ ਪੂਰੀ ਸਤਰਕਤਾ ਨੂੰ ਮੇਨਟੇਨ ਕੀਤਾ, ਕੋਈ ਵੀ ਹੋਰ ਅਜਿਹੀ ਹਿੰਸਕ ਘਟਨਾ ਨਾ ਹੋਵੇ, ਇਸ ਚੀਜ਼ ਦਾ ਪੂਰਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਇਸ ਦੇ ਬਾਵਜੂਦ ਵੀ ਇਹ ਮੰਦਭਾਗੀਆਂ ਤਸਵੀਰਾਂ ਉਪਰੀਆਂ, ਇਹ ਵੀਡੀਓ ਸਾਹਮਣੇ ਆਏ, ਜਿਸ ਨੇ ਕਿ ਕਮਿਊਨਿਟੀ ਦਾ ਸਿਰ ਇੱਕ ਵਾਰ ਫੇਰ ਤੋਂ ਝੁਕਾਇਆ ਹੈ। ਯੂਬਾ ਸਿਟੀ ਦੇ ਇਸ ਨਗਰ ਕੀਰਤਨ ਮੌਕੇ ਪੁਲਿਸ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਦੇਣਾ ਨਹੀਂ ਸੀ ਚਾਹੁੰਦੀ। ਆਯੋਜਕ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਸੰਜੀਦਾ ਨੇ, ਕਿਉਂਕਿ ਬੈਕ ਟੂ ਬੈਕ ਜੇ ਨਗਰ ਕੀਰਤਨਾਂ ਮੌਕੇ ਇਹ ਘਟਨਾਵਾਂ ਹੋਣੀਆਂ ਬੰਦ ਨਾ ਹੋਈਆਂ, ਪਬਲਿਕ ਸੇਫਟੀ ਤੇ ਕਮਿਊਨਿਟੀ ਸੇਫਟੀ ਦੀ ਰੋਸ਼ਨੀ ਤੇ ਉਸ ਨਜ਼ਰੀਏ ਦੇ ਨਾਲ ਏਜੰਸੀਆਂ ਜਿਹੜੀਆਂ ਹੈਗੀਆਂ ਨੇ, ਪੁਲਿਸ ਦੇ ਡਿਪਾਰਟਮੈਂਟ ਹੈਗੇ ਨੇ, ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ ਵੀ ਭਵਿੱਖ ਦੇ ਵਿੱਚ ਇਹਨਾਂ ਸਮਾਗਮਾਂ ਮੌਕੇ ਕਿਸ ਤਰੀਕੇ ਦੇ ਨਾਲ ਉਹ ਪਰਮਿਸ਼ਨਸ ਦੇਣ, ਇਸ ਦੀ ਇਜਾਜ਼ਤ ਕਿਵੇਂ ਦਿੱਤੀ ਜਾਵੇ, ਜਦੋਂ ਕਿ ਇੰਨੇ ਇਹਤਿਆਤ ਬਰਤਨ ਉਹ ਸਾਰੇ ਦੇ ਸਾਰੇ ਅਪਰਾਧਿਕ ਕ੍ਰਿਮੀਨਲ ਅਨਸਰਾਂ ਨੂੰ ਨਗਰ ਕੀਰਤਨ ਤੋਂ ਦੂਰ ਰੱਖਣ ਦੇ ਬਾਵਜੂਦ ਵੀ ਹਿੰਸਕ ਝੜਪ ਜਿਹੜੀ ਹੈ ਹੋਈ। ਹਾਲਾਂਕਿ ਗਹਿਰਾਈ ਦੇ ਵਿੱਚ ਪੜਤਾਲ ਕੀਤੀ ਜਾਏਗੀ ਕਿ ਇਹ ਹਿੰਸਕ ਝੜਪ ਕੀ ਉਸ AK-47 ਤੇ ਮਿੰਟੇ ਗੈਂਗ ਦਾ ਜਿਹੜਾ ਆਪਸ ਦਾ ਬੀਫ, ਆਪਸ ਦਾ ਰੌਲਾ ਚੱਲਦਾ ਹੈ, ਉਸ ਦੇ ਨਾਲ ਕਿਤੇ ਰਿਮੋਟਲੀ ਕਨੈਕਟਡ ਹੈ ਜਾਂ ਨਹੀਂ ਹੈ। ਇਟ ਵਿਲ ਬੀ ਟੂ अर्ਲੀ ਐਂਡ ਪ੍ਰੀਮੇਚਰ ਟੂ ਮੇਕ ਐਨੀ ਕਾਈਂਡ ਆਫ ਅਸੈਸਮੈਂਟ। ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਬੜੀ ਜ਼ਰੂਰੀ ਹੈ। ਲੇਕਿਨ ਇੱਕ ਗਲਤ ਸੁਨੇਹਾ ਜਾਂਦਾ ਹੈ, ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਮੈਨੂੰ ਲੱਗਦਾ ਕਮਿਊਨਿਟੀ ਮੈਂਬਰ ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ, ਜਿਹੜੇ ਵੀ ਇਹ ਸ਼ਹਿਰਾਂ ਦੇ ਲੋਕ ਹੈਗੇ ਨੇ, ਧਾਰਮਿਕ ਸਮਾਗਮਾਂ ਦੇ ਵਿੱਚ ਹਿੰਦੂ ਸਿੱਖ ਸਾਰਾ ਭਾਈਚਾਰਾ ਇਕੱਠੇ ਸ਼ਿਰਕਤ ਕਰਦੇ ਨੇ। ਇੱਕ ਮੌਕਾ ਹੁੰਦਾ ਹੈ ਕਮਿਊਨਿਟੀ ਲਈ ਇਕੱਠੇ ਹੋਣ ਦਾ। ਆਪਸ ਦੇ ਵਿੱਚ ਕੋਈ ਹੋਰ ਵੱਡੇ ਇੱਥੇ ਫੰਕਸ਼ਨ ਸਮਾਗਮ ਨਹੀਂ ਹੁੰਦੇ, ਨਗਰ ਕੀਰਤਨ ਹੀ ਹੁੰਦੇ ਨੇ, ਜਿੱਥੇ ਕਿ ਜਾ ਕੇ ਇਹ ਲੋਕ ਆਪਸ ਦੇ ਵਿੱਚ ਸਾਂਝ ਪਾ ਸਕਦੇ ਨੇ।
ਲੇਕਿਨ ਇਹਨਾਂ ਮੌਕਿਆਂ ਦੇ ਉੱਤੇ ਇਸ ਤਰੀਕੇ ਦੀ ਅਣਸੁਖਾਵੀਆਂ ਤਸਵੀਰਾਂ ਭਵਿੱਖ ਦੇ ਵਿੱਚ ਲੋਕਾਂ ਨੂੰ ਵੀ ਡਿਸੂਏਡ ਕਰਦੀਆਂ ਨੇ, ਡਿਸਕਰੇਜ ਕਰਦੀਆਂ ਨੇ ਕਿ ਅਜਿਹੀਆਂ ਥਾਵਾਂ ਤੇ ਨਾ ਜਾਓ। ਇਹ ਜਿਹੜੇ ਕ੍ਰਿਮੀਨਲ ਸ਼ਰਾਰਤੀ ਅੰਸਰ ਹੈਗੇ ਨੇ, ਗੈਂਗ ਮੈਂਬਰਸ ਹੈਗੇ ਨੇ, ਫੁਕਰਾਪੰਥੀ ਮੈਂ ਕਹਾਂਗਾ, ਕਿਉਂਕਿ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਝਗੜੇ ਹੈ ਕੀ, ਡਰੱਗਸ ਨੂੰ ਲੈ ਕੇ, ਡਰੱਗ ਦੇ ਕਾਰੋਬਾਰ ਨੂੰ ਲੈ ਕੇ ਲੜਾਈ ਕਿਸ ਗੱਲ ਦੀ ਹੈ? ਲੜਾਈ ਕਿਸੇ ਗੱਲ ਦੀ ਵੀ ਨਹੀਂ। ਇੱਕ ਹੈਂਕੜਬਾਜ਼ੀ ਦੇ ਵਿੱਚ, ਇੱਕ ਫੁਕਰਾਪੰਥੀ ਦੇ ਵਿੱਚ ਇਹ ਸਾਰੀਆਂ ਘਟਨਾਵਾਂ, ਇੱਕ ਦੂਸਰੇ ਉੱਤੇ ਹਮਲੇ, ਜੋ ਪੁਲਿਸ ਵੀ ਕਹਿ ਰਹੀ ਹੈ, ਜਿਹੜਾ ਪੁਲਿਸ ਦਾ ਆਫੀਸ਼ੀਅਲ ਅਕਾਊਂਟ ਸੀ, that they would show up and start firing upon each other। ਇਹ ਕੋਈ ਮਤਲਬ ਸਮਝ ਤੋਂ ਪਰੇ ਹੈ ਕਿ ਲੋਕ ਇਸ ਤਰੀਕੇ ਦੀਆਂ ਹਿੰਸਕ ਝੜਪਾਂ ਦੇ ਵਿੱਚ, ਉਹ ਵੀ ਧਾਰਮਿਕ ਸਮਾਗਮਾਂ ਤੇ ਗੁਰਧਾਮਾਂ ਗੁਰਦੁਆਰਿਆਂ ਦੇ ਬਾਹਰ ਇਹ ਕੁਝ ਕਰ ਰਹੇ ਨੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਮਤਲਬ ਬਹੁਤ ਹੀ ਮੈਂ ਕਹਾਂਗਾ ਕਿ ਗਿਰੇ ਹੋਏ ਲੈਵਲ ਦੇ ਇਹ ਲੋਕ ਹੋਣਗੇ ਜੋ ਕਿ ਬਿਨਾਂ ਪਰਵਾਹ ਕੀਤੇ, ਇਸ ਚੀਜ਼ ਦੀ ਪਰਵਾਹ ਕੀਤੇ ਕਿ ਤੁਸੀਂ ਜਿੱਥੇ ਲੜਨਾ ਹੈ, ਲੜਨ ਲਈ ਜੇ ਤੁਸੀਂ ਕੋਈ ਚੱਜ ਦਾ ਕੋਈ ਪਲੇਗਰਾਊਂਡ, ਕੋਈ ਹੋਰ ਮੈਦਾਨ ਲੱਭ ਦਿਓ ਜੇ ਤੁਹਾਡਾ ਲੜੇ ਬਗੈਰ ਨਹੀਂ ਸਰਦਾ, ਲੇਕਿਨ ਧਾਰਮਿਕ ਸਮਾਗਮਾਂ ਤੇ ਉੱਤੇ ਜਾ ਕੇ ਇਸ ਤਰੀਕੇ ਦੀਆਂ ਹਰਕਤਾਂ ਕਰਨਾ, ਐਨੀਵੇਜ਼ ਉਹ ਇੱਕ ਵੱਖਰੀ ਗੱਲ ਹੈ। ਉਸ ਗੈਂਗ ਐਕਟੀਵਿਟੀ ਤੇ ਕਾਫੀ ਹੱਦ ਤੱਕ ਠੱਲ ਪਾਇਆ ਜਾ ਚੁੱਕਾ ਹੈ। ਹਾਲਾਂਕਿ ਇਸ ਵਾਰ ਦੇ ਨਗਰ ਕੀਰਤਨ ਦੌਰਾਨ ਇੱਕ ਹੋਰ ਡਰ, ਇੱਕ ਹੋਰ ਖਦਸ਼ਾ ਸੀ। ਕੁਝ ਅਜਿਹੇ ਕ੍ਰਿਮੀਨਲ ਗੈਂਗਸਟਰ ਜਿਨ੍ਹਾਂ ਦਾ ਜ਼ਿਕਰ ਮੈਂ ਆਪਣੀਆਂ ਪਿਛਲੀਆਂ ਕੁਝ ਰਿਪੋਰਟਾਂ ਜੋ ਕਿ ਕੈਲੀਫੋਰਨੀਆ ਸਟੇਟ ਦੇ ਸੰਦਰਭ ਵਿੱਚ ਬਣੀਆਂ, ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਸ਼ਕਤੀ ਪ੍ਰਦਰਸ਼ਨ ਉਹਨਾਂ ਅਨਸਰਾਂ, ਉਹਨਾਂ ਗਰੁੱਪਸ ਵੱਲੋਂ ਵੀ ਹੋ ਸਕਦਾ ਹੈ ਜਿਸ ਦੌਰਾਨ ਵੀ ਝੜਪਾਂ ਹੋ ਸਕਦੀਆਂ ਨੇ ਸਨ, ਲੇਕਿਨ ਉਸ ਤਰੀਕੇ ਦੀ ਕੋਈ ਝੜਪ ਨਹੀਂ ਸੀ। ਹਾਲਾਂਕਿ ਅਸਲ ਪੁਲਿਸ ਦੀ ਜਾਂਚ ਹੀ ਸਥਾਪਿਤ ਕਰੇਗੀ ਕਿ ਝਗੜਾ, ਲੜਾਈ ਕਿਉਂ ਹੋਈ। ਅੱਜ ਦੀ ਰਿਪੋਰਟ ਦੇ ਵਿੱਚ ਮੈਂ ਇਹੀ ਗੱਲਾਂ ਬਾਤਾਂ ਕਰਨਾ ਚਾਹੁੰਦਾ ਸੀ। ਆਪਰੇਸ਼ਨ ਬ੍ਰੋਕਨ ਸ਼ਾਟ ਦੇ ਹੋਰ ਵੇਰਵੇ ਮੇਰੀ ਪੁਰਾਣੀ ਰਿਪੋਰਟ ਦੇ ਵਿੱਚ ਹੈ। ਸਟਰ ਕਾਉਂਟੀ ਨੇ ਜੋ ਖੁਲਾਸੇ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਕੀਤੇ ਸੀ, ਉਸ ਰਿਪੋਰਟ ਨੂੰ ਤੁਸੀਂ YouTube ਚੈਨਲ ਤੋਂ ਦੇਖ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ। ਇੱਕ ਹੋਰ ਰਿਪੋਰਟ ਲੈ ਕੇ ਫੇਰ ਹੁੰਦੀ ਹੈ ਮੁਲਾਕਾਤ।